ਹੈਲੋ ਮਾਈ ਡੀਅਰ ਸਟੂਡੈਂਟਸ ਆਫ 10th ਕਲਾਸ। ਬੇਟਾ ਜੀ ਕੱਲ ਪਾਸ ਦਾ ਜਿਹੜਾ ਵੀਕਲੀ ਟੈਸਟ ਆਇਆ 2 ਸਤੰਬਰ ਨੂੰ, ਔਰ ਅਸੀਂ ਕੀ ਕੀਤਾ ਜੀ, ਅਸੀਂ ਉਸ ਟੈਸਟ ਨੂੰ ਜੀ ਜਲਦੀ ਕਰ ਦਿੱਤਾ। ਬੇਟਾ ਜੀ ਕੁਐਸਚਨਸ ਨੂੰ ਡਿਟੇਲ ਨਾਲ ਕਰਨਾ ਪਏਗਾ, ਸਮਝਣਾ ਪਏਗਾ, ਤਾਂ ਹੀ ਤੁਸੀਂ ਸਕਸੈਸਫੁਲ ਹੋ ਪਾਓਗੇ। ਅਦਰਵਾਈਜ਼ ਇਟ ਇਜ਼ ਵੈਰੀ ਟਫ ਫॉर ਯੂ ਪੀਪਲ, ਕਿਉਂਕਿ ਫਾਈਨਲ ਜਿਹੜਾ 16 ਨੂੰ ਤੁਹਾਡਾ ਫੇਰ ਸੈਕਿੰਡ ਕੁਇਜ਼ ਹੈ, ਉਹਦੇ ਵਿੱਚ ਤੁਹਾਨੂੰ ਸਮਝ ਕੇ ਕੁਐਸਚਨਸ ਕਰਨੇ ਪੈਣਗੇ। ਤੇ ਆਓ 10th ਕਲਾਸ ਆਪਾਂ ਵੀਕਲੀ ਸੋਲੂਸ਼ਨ ਕਰੀਏ ਪਾਸ ਦੇ ਪੇਪਰ ਦਾ। ਪਹਿਲਾ ਜਿਹੜਾ ਕੁਐਸਚਨ ਸੀ, ਜਰਨਲ ਫਾਰਮੂਲਾ ਆਫ ਅਲਕੇਨ। ਅਲਕੇਨ ਦਾ ਸਧਾਰਨ ਸੂਤਰ ਕੀ ਹੈ? ਬੇਟਾ ਜੀ ਇੰਨੀਆਂ ਲਾਈਵ ਕਲਾਸਿਸ ਤੁਹਾਡੀਆਂ ਲਈਆਂ, ਕਾਰਬਨ ਐਂਡ ਇਟਸ ਕੰਪਾਊਂਡ ਦੀਆਂ, ਸਭ ਕੁਝ ਤੁਹਾਡੇ ਨਾਲ ਕੀਤਾ। ਬੇਟਾ ਜੀ ਤੁਸੀਂ ਕੀ ਕਰਨਾ, ਅਲਕੇਨ ਦਾ ਪਹਿਲਾਂ ਤੁਹਾਨੂੰ ਪਤਾ ਹੈ ਕਿ ਅਲਕੇਨ 'ਚ ਸਿੰਗਲ ਬੌਂਡ ਹੁੰਦਾ ਜੀ, ਸਿੰਗਲ ਬੌਂਡ ਹੁੰਦਾ ਤੇ ਪਹਿਲਾ ਉਹਦਾ ਕੰਪਾਊਂਡ ਕੀ ਹੁੰਦਾ ਅਲਕੇਨ ਦਾ? CH4। ਠੀਕ ਹੈ ਜੀ, ਮਿਥੇਨ। ਤੁਸੀਂ ਕੀ ਕਰੋ, n ਦੀ ਵੈਲਿਊ 1 ਭਰ ਕੇ ਦੇਖੋ। ਜਦੋਂ ਆਪਾਂ ਇਹਦੇ 'ਚ n ਦੀ ਵੈਲਿਊ 1 ਭਰਾਂਗੇ ਤੇ ਕੀ ਆ ਜਾਏਗਾ? CH4। ਠੀਕ ਹੈ ਜੀ, ਜੋ ਅਲਕੇਨ ਦਾ ਪਹਿਲਾ ਕੰਪਾਊਂਡ ਹੈ, ਇਹਦਾ ਮਤਲਬ ਅਲਕੇਨ ਦਾ ਜਿਹੜਾ ਜਰਨਲ ਫਾਰਮੂਲਾ ਹੈ ਉਹ ਕੀ ਹੋਇਆ? CnH2n+2। ਠੀਕ ਹੈ ਬੇਟਾ ਜੀ, ਇਹ ਹੁੰਦਾ ਅਲਕੀਨ ਦਾ। ਠੀਕ ਹੈ, ਇਹ ਅਲਕਾਈਨ ਦਾ ਨਹੀਂ ਹੁੰਦਾ ਜੀ। ਠੀਕ ਹੈ, ਇਹ ਅਲਕੀਨ ਦਾ ਹੁੰਦਾ ਹੈ। ਠੀਕ ਹੈ, ਹੁਣ ਦੇਖੋ ਇਹ ਅਲਕਾਈਨ ਦਾ ਕਿੱਦਾਂ ਨਹੀਂ ਹੁੰਦਾ? ਜੇ ਤੁਸੀਂ ਪਹਿਲਾਂ C2 ਭਰੋਗੇ ਹੈ ਨਾ, ਬਿਕੋਜ਼ ਟ੍ਰਿਪਲ ਬੌਂਡ ਹੁੰਦਾ H2 2+1 ਹੈ ਨਾ, ਤੇ ਇਹ ਕੀ ਹੋ ਗਿਆ? C2H5। ਪਰ ਅਲਕਾਈਨ ਦਾ ਜਿਹੜਾ ਪਹਿਲਾ ਕੰਪਾਊਂਡ ਹੁੰਦਾ ਉਹ ਕੀ ਹੁੰਦਾ ਜੀ? that is C2H2। ਠੀਕ ਹੈ, ਸੋ ਦਿਸ ਇਜ਼ ਨਾਟ ਦਾ ਫਾਰਮੂਲਾ। ਠੀਕ ਹੈ, ਹੁਣ ਇਹ ਅਲਕੀਨ ਦਾ ਹੁੰਦਾ ਤੇ ਇਹਦਾ ਮਤਲਬ ਇਹ ਕਿੱਦਾਂ ਹੋ ਗਿਆ? ਇਹ ਅਲਕੇਨ ਦਾ। ਸੋ ਦੀਜ਼ ਆਰ ਦਾ ਜਿਹੜੇ ਤੁਹਾਨੂੰ ਮਤਲਬ ਪ੍ਰੋਪਰ ਤੁਹਾਨੂੰ ਦੇਖਣੇ ਪੈਣਗੇ ਚੈਨਲ ਵਾਈਜ਼, ਹੈ ਨਾ। ਠੀਕ ਹੈ ਜੀ, ਚਲੋ ਜੀ ਅੱਗੇ ਗੱਲ ਕਰਦੇ ਹਾਂ ਸੈਕਿੰਡ ਕੁਐਸਚਨ ਦੀ। ਟੀਚਰ ਡਰਾ ਲੇਬਲ ਡਾਇਗਰਾਮ। ਬਾਇਓ ਦਾ ਕੁਐਸਚਨ ਸੀ ਕਿ ਟੀਚਰ ਨੇ ਜਿਹੜਾ ਹੈ ਲੇਬਲ ਡਾਇਗਰਾਮ ਡਰਾ ਕੀਤਾ ਤੇ ਉਹਨੇ ਤੁਹਾਨੂੰ ਪਾਰਟਸ ਪੁੱਛੇ। ਠੀਕ ਹੈ ਡੀਅਰ ਸਟੂਡੈਂਟਸ, ਇੱਥੇ ਆਪਾਂ ਪਾਰਟਸ ਦੀ ਡਿਸਕਸ਼ਨ ਕਰਾਂਗੇ ਕਿ ਕਿਹੜੇ ਪਾਰਟਸ ਤੁਹਾਨੂੰ ਟੀਚਰ ਨੇ ਪੁੱਛੇ। ਤਾਂ ਬੇਟਾ ਜੀ ਉਹਨੇ ਕਿਹਾ ਕਿ ਲੇਬਲ ਕਰੋ ਤੁਹਾਡਾ A ਪਾਰਟ, B ਪਾਰਟ ਤੇ C ਪਾਰਟ। ਤੇ ਜੇ ਤੁਸੀਂ ਮੇਰੇ ਡੀਅਰ ਸਟੂਡੈਂਟਸ, ਤੁਹਾਨੂੰ ਪਤਾ ਹੈ ਕਿ A ਪਾਰਟ ਕੀ ਹੁੰਦਾ ਜੀ? A ਪਾਰਟ ਕੀ ਹੁੰਦਾ? ਠੀਕ ਹੈ, ਕੀ ਹੁੰਦਾ ਜੀ? ਅੰਕੁਰ। ਠੀਕ ਹੈ ਜੀ, A ਪਾਰਟ ਕੀ ਹੁੰਦਾ? ਅੰਕੁਰ। ਠੀਕ ਹੈ, B ਪਾਰਟ ਕੀ ਹੁੰਦਾ? B ਪਾਰਟ ਕੀ ਹੁੰਦਾ ਤੁਹਾਡਾ? ਕੋਟਿਲਿਡਨ। ਠੀਕ ਹੈ, B ਪਾਰਟ ਕੀ ਹੁੰਦਾ? ਕੋਟਿਲਿਡਨ, ਜਿਹਨੂੰ ਤੁਸੀਂ ਕੀ ਕਹਿੰਦੇ ਹੋ? ਬੀਜ ਪੱਤਰ। ਤੇ ਵਾਟ ਇਜ਼ C? C ਇਜ਼ ਯੂਅਰ ਰੈਡੀਕਲ। ਠੀਕ ਹੈ, ਜਿਹਨੂੰ ਆਪਾਂ ਕੀ ਕਹਿੰਦੇ ਆ? ਇਹਨੂੰ ਆਪਾਂ ਕਹਿੰਦੇ ਜੜ ਅੰਕੁਰ। ਠੀਕ ਹੈ, ਔਰ ਇਹਨਾਂ ਦਾ ਕੀ ਜੀ? ਰੈਡੀਕਲ ਜਿਹੜਾ ਹੁੰਦਾ ਫਿਊਚਰ ਰੂਟ ਹੁੰਦੀ ਹੈ, ਪਲਮਲ ਕੀ ਹੁੰਦਾ? ਫਿਊਚਰ ਸਟੈਮ ਹੁੰਦੀ ਹੈ। ਕੋਟਿਲਿਡਨ ਕੀ ਹੁੰਦਾ? ਫੂਡ ਸਟੋਰ, ਜਿੱਥੇ ਮਤਲਬ ਪਲਾਂਟ ਜਿਹੜਾ ਫੂਡ ਸਟੋਰ ਕਰਦਾ ਹੈ। ਇਹਦਾ ਮਤਲਬ ਸਹੀ ਆਪਸ਼ਨ ਕੀ ਹੈ ਤੁਹਾਡਾ? C। ਚਲੋ ਜੀ ਅੱਗੇ ਗੱਲ ਕਰਦੇ ਹਾਂ। ਬਿਫੋਰ ਗੋਇੰਗ ਟੂ ਸਕੂਲ ਸੁਰਜੀਤ ਵਾਂਟਡ ਟੂ ਰਿਮੂਵ ਨੇਲ ਪੋਲਿਸ਼ ਫਰੋਮ ਹਰ ਨੇਲਸ। ਸ਼ੀ ਲਰਨਡ ਇਨ ਦਾ ਕਲਾਸ ਦੈਟ ਨੇਲ ਪੋਲਿਸ਼ ਰਿਮੂਵਰ ਕੰਟੇਨ ਦਾ ਫੋਲੋਇੰਗ ਕਾਰਬਨ ਕੰਪਾਊਂਡ। ਬੇਟਾ ਮੈਂ ਇੱਕ ਗੱਲ ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ ਕਿ ਜਦੋਂ ਆਪਾਂ ਮਤਲਬ ਪਾਸ ਦੀ ਤਿਆਰੀ ਕਰਨੀ ਹੈ ਤਾਂ ਆਪਾਂ ਡੇਲੀ ਲਾਈਫ ਦੇ ਨਾਲ ਉਹਨੂੰ ਲੀਡ ਕਰਕੇ ਦੇਖਣਾ ਹੈ। ਤੁਸੀਂ ਵੀ ਸਕੂਲ ਜਾਣ ਤੋਂ ਪਹਿਲਾਂ ਆਪਣੇ ਨਹੁੰ ਤੋਂ ਨੇਲ ਪੋਲਿਸ਼ ਉਤਾਰਨਾ ਚਾਹੁੰਦੀ ਹੈ। ਉਸਨੇ ਜਮਾਤ ਵਿੱਚ ਪੜ੍ਹਿਆ ਸੀ ਕਿ ਨੇਲ ਪੋਲਿਸ਼ ਰਿਮੂਵਰ ਵਿੱਚ ਹੇਠ ਦਿੱਤਾ ਕਾਰਬਨ ਯੌਗਿਕ ਹੁੰਦਾ ਹੈ: ਅਲਕੋਹਲ, ਐਸੀਟੋਨ, ਵਿਨੇਗਰ, ਫਾਰਮੈਲਡੀਹਾਈਡ। ਬੇਟਾ ਜੀ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੇ ਹਾਂ ਅੱਜ ਕਿ ਆਹ ਹੁੰਦਾ ਜੀ। ਹੁਣ ਆਹ ਹੁੰਦਾ ਹੈ ਤੇ ਇੱਥੋਂ ਤੁਹਾਨੂੰ ਕੀ ਪਤਾ ਲੱਗਦਾ ਕਿ ਆਹ ਗਰੁੱਪ ਕਿਹੜਾ ਹੈ? ਆਹ ਗਰੁੱਪ ਕਿਹੜਾ ਹੈ? ਆਹ ਗਰੁੱਪ ਹੈ ਕੀਟੋਨ। ਤੇ ਇੱਥੇ ਕੀਟੋਨ ਕਿਹੜਾ ਸਾਡਾ? ਐਸੀਟੋਨ। ਯਾਦ ਕਰ ਲਓ, ਨੇਲ ਪੋਲਿਸ਼ ਦੇ ਵਿੱਚ ਕੀ ਹੁੰਦਾ? ਐਸੀਟੋਨ। ਨੇਲ ਪੋਲਿਸ਼ ਦੇ ਵਿੱਚ ਕੀ ਹੁੰਦਾ? ਐਸੀਟੋਨ। What is the fourth question? Seema and her friends begin to think that how would water go rise up in the plants? But through an activity they have learnt in the class that the specific tissue is responsible for the transportation of the water from the roots to all parts of the plant. Name that tissue. ਸੀਮਾ ਉਸਦੇ ਸਾਥੀ ਨੇ ਸੋਚ ਰਹੀ ਸੀ ਕਿ ਪੌਦਿਆਂ ਵਿੱਚ ਪਾਣੀ ਉੱਪਰ ਵੱਲ ਕਿਵੇਂ ਜਾਂਦਾ ਹੈ, ਪਰ ਉਹਨਾਂ ਨੇ ਜਮਾਤ ਵਿੱਚ ਇੱਕ ਕਿਰਿਆ ਰਾਹੀਂ ਸਮਝਾਇਆ ਸੀ ਕਿ ਖਾਸ ਟਿਸ਼ੂ ਪਾਣੀ ਨੂੰ ਜੜ੍ਹਾਂ ਦੇ ਸਾਰੇ ਭਾਗਾਂ ਤੱਕ ਲੈ ਕੇ ਜਾਂਦਾ ਹੈ। ਉਸ ਟਿਸ਼ੂ ਦਾ ਨਾਮ ਦੱਸੋ। ਜ਼ਾਇਲਮ, ਫਲੋਇਮ, ਤਨਾ, ਟਾਨੀਆ। ਬੇਟਾ ਜੀ ਇੱਦਾਂ ਦਾ ਕੁਝ ਪ੍ਰੋਸੀਜਰ ਹੁੰਦਾ, ਨਾਲ ਉਹਨਾਂ ਨੇ ਤੁਹਾਨੂੰ ਡਾਇਗਰਾਮ ਵੀ ਦੇ ਦਿੱਤਾ। ਆ ਛੋਟੇ ਐਰੋ ਨਾਲ ਜਿਹੜਾ ਤੁਸੀਂ ਜੜ੍ਹਾਂ ਨੂੰ ਪਾਣੀ ਦਿੰਦੇ ਹੋ, ਪਾਣੀ ਦੇ ਉੱਪਰ ਤੱਕ ਪਹੁੰਚ ਜਾਂਦਾ ਪਲਾਂਟ ਤੇ। ਕਿਉਂ ਬੇਟਾ? ਕਿਹਦਾ ਫੰਕਸ਼ਨ ਹੁੰਦਾ? ਬੇਸਿਕਲੀ ਜਿਹੜਾ ਜ਼ਾਇਲਮ ਹੈ ਉਹਦਾ ਫੰਕਸ਼ਨ ਹੁੰਦਾ। ਕੀ ਫੰਕਸ਼ਨ ਹੁੰਦਾ ਉਹਦਾ? ਟੂ ਟਰਾਂਸਪੋਰਟ ਦ ਵਾਟਰ, ਹੈ ਨਾ। ਜ਼ਾਇਲਮ ਦਾ ਜਿਹੜਾ ਹੈ ਉਹ ਕੀ ਫੰਕਸ਼ਨ ਹੁੰਦਾ ਜੀ? ਜ਼ਾਇਲਮ ਦਾ ਫੰਕਸ਼ਨ ਹੁੰਦਾ ਹੈ ਕਿ ਪਾਣੀ ਨੂੰ ਟਰਾਂਸਪੋਰਟ ਕਰਨਾ। ਕਿੱਥੋਂ? ਫਰੋਮ ਰੂਟਸ ਟੂ ਸਟੈਮਸ ਐਂਡ ਲੀਵਸ, ਬਟ ਇਟ ਆਲਸੋ ਟਰਾਂਸਪੋਰਟ ਨਿਊਟ੍ਰੀਐਂਟਸ ਨੂੰ ਵੀ ਇਹ ਟਰਾਂਸਪੋਰਟ ਕਰਦਾ ਹੈ। ਇਹਦਾ ਮਤਲਬ ਸਾਡੀ ਸਹੀ ਆਪਸ਼ਨ ਕੀ ਆ ਜਾਏਗੀ?
xylem, ठीक है। these all are wrong options. so fifth question की है, very interesting question ਜਿਹੜਾ ਮੈਨੂੰ ਅੱਜ ਦੇ ਪੇਪਰ 'ਚ ਲੱਗਾ। ਕਹਿੰਦਾ while doing activity in lab teacher asked Radhika to burn naphthalene ball. naphthalene balls ਕੀ ਹੁੰਦੀ ਹੈ? ਮੁਸ਼ਕ ਜਿਹਨੂੰ ਆਪਾਂ ਕਹਿੰਦੇ ਆ ਨਾ, ਮਤਲਬ ਲਾਈਕ ਜਦੋਂ ਆਪਾਂ ਉੱਥੇ ਸਰਦੀਆਂ ਦੇ ਕੱਪੜੇ ਰੱਖਦੇ ਹਾਂ ਤਾਂ ਆਪਾਂ ਛੋਟੀਆਂ ਛੋਟੀਆਂ ਇੱਦਾਂ ਦੀਆਂ ਬਾਲਸ ਵਿੱਚ ਰੱਖਦੇ ਹਾਂ। ਕੈਂਫਰ ਜਿਹਨੂੰ ਆਪਾਂ ਕਪੂਰ ਕਹਿੰਦੇ ਹਾਂ, ਵੈਜੀਟੇਬਲ ਆਇਲ ਹੈ ਨਾ, ਅਲਕੋਹਲ। one by one with all precautions student observed that they only dash burns with blue flame being a saturated hydrocarbon. ਹੁਣ ਬੇਟਾ ਦੇਖੋ, ਪ੍ਰਯੋਗਸ਼ਾਲਾ ਵਿੱਚ ਕਿਰਿਆ ਕਰਦੇ ਅਧਿਆਪਕ ਨੇ ਰਾਧਿਕਾ ਨੂੰ ਪਹਿਲੇ ਤਾਂ ਨੈਫਥਲੀਨ, ਕਪੂਰ ਤੇ ਅਲਕੋਹਲ ਤੇ ਬਨਸਪਤੀ ਤੇਲ ਇੱਕ ਇੱਕ ਕਰਕੇ ਜਲਾਉਣ ਲਈ ਕਿਹਾ, ਤੇ ਉਹਨਾਂ ਨੇ ਕਿਹਾ ਕਿ ਸਿਰਫ ਇੱਕ ਹੀ ਚੀਜ਼ ਹੈ ਜਿਹੜੀ ਉਹ ਨੀਲੀ ਲਾਟ ਨਾਲ ਬਲਦੀ ਹੈ, ਤੁਸੀਂ ਦੇਖੋ ਕਿ ਉਹ ਕਿਹੜੀ ਹੈ। ਬੇਟਾ ਇਹ ਬਹੁਤ ਹੀ ਮਾਈਂਡ ਵਾਲਾ ਕੁਐਸਚਨ ਸੀ। ਕਿਉਂ? ਕਿਉਂਕਿ ਤੁਸੀਂ ਇਹ ਦੇਖਣਾ ਸੀ ਕਿ ਇਹਨਾਂ ਚਾਰਾਂ ਚੋਂ ਸਿੰਗਲ ਬੌਂਡ ਕਿਹਦੇ 'ਚ ਹੁੰਦਾ ਹੈ। ਬੇਟਾ ਜੀ ਵਨਸਪਤੀ ਆਇਲ ਜਿਹੜਾ ਹੁੰਦਾ ਦੈਟ ਇਜ਼ ਆਲਸੋ ਅਨਸੈਚੂਰੇਟਡ, ਕੈਂਫਰ ਵੀ ਅਨਸੈਚੂਰੇਟਡ ਮਤਲਬ ਕਿ ਨੈਫਥਲੀਨ। ਹੁਣ ਜਿੱਦਾਂ ਨੈਫਥਲੀਨ ਦਾ ਤੁਹਾਨੂੰ ਮੈਂ ਨॉट ਅਪ ਟੂ ਯੂਅਰ ਸਿਲੇਬਸ, ਪਰ ਮੈਂ ਤੁਹਾਨੂੰ ਥੋੜ੍ਹਾ ਦੱਸਣਾ ਚਾਹੁੰਦੀ ਕਿ ਨੈਫਥਲੀਨ ਦਾ ਫਾਰਮੂਲਾ ਕਿੱਦਾਂ ਦਾ ਹੁੰਦਾ ਹੈ। ਇੱਦਾਂ ਦਾ ਹੁੰਦਾ ਨੈਫਥਲੀਨ ਦਾ ਕੁਝ ਫਾਰਮੂਲਾ ਨਾ, ਲਾਈਕ ਦਿਸ ਵਨ, ਠੀਕ ਹੈ ਨਾ। ਅਲਟਰਨੇਟ ਸਿੰਗਲ ਡਬਲ ਬੌਂਡ ਹੁੰਦੇ ਆ, ਇਹ ਹੁੰਦਾ ਜੀ ਸਾਡਾ ਨੈਫਥਲੀਨ। ਹੁਣ ਦੇਖੋ ਜੇ ਇਹ ਸਾਡਾ ਨੈਫਥਲੀਨ ਹੈ ਤੇ ਇਹਦੇ ਵਿੱਚ ਵੀ ਅਨਸੈਚੂਰੇਟਡ ਕੰਪਾਊਂਡ ਹੋ ਗਿਆ, ਕੈਂਫਰ ਵੀ, ਵੈਜੀਟੇਬਲ ਆਇਲ ਵੀ। ਕੀ ਸਾਡਾ ਅਨਸੈਚੂਰੇਟਡ ਨਹੀਂ ਹੋਇਆ? ਅਲਕੋਹਲ। ਅਲਕੋਹਲ ਦਾ ਫਾਰਮੂਲਾ ਕੀ ਹੁੰਦਾ? C2H5OH CH3OH। ਕਿਤੇ ਡਬਲ ਬੌਂਡ ਤੁਹਾਨੂੰ ਨਜ਼ਰ ਆਇਆ? ਨੋ, ਦੇਰ ਆਲ ਆਰ ਸਿੰਗਲ ਬੌਂਡ। ਇਹਦਾ ਮਤਲਬ ਕੀ ਹੈ? ਇਹ ਜਿਹੜੇ ਬਰਨ ਕਰਦੇ ਆ ਕਿਹਦੇ ਨਾਲ ਕਰਦੇ? ਬੇਟਾ ਵੈਸੇ ਵੀ ਜਦੋਂ ਤੁਸੀਂ ਬਨਸਨ ਬਰਨਰ 'ਚ ਜਿਹੜਾ ਤੁਸੀਂ ਪਾਉਂਦੇ ਹੋ ਸਪਿਰਿਟ ਪਾਉਂਦੇ ਹੋ, ਦੈਟ ਇਜ਼ ਆਲਸੋ ਫਾਰਮ ਆਫ ਅਲਕੋਹਲ ਜਿਹੜਾ ਬਲੂ ਫਲੇਮ ਦੇ ਨਾਲ ਜਲਦਾ ਹੈ। ਚਲੋ ਜੀ 6th ਕੀ ਹੈ? ਅ ਮੈਨ ਵਾਜ਼ ਗੈਟਿੰਗ ਲੇਟ ਟੂ ਰੀਚ ਹੋਮ ਆਫਟਰ ਮਾਰਨਿੰਗ ਵਾਕ, ਸੋ ਹੀ ਰੈਨ ਵੈਰੀ ਫਾਸਟ ਟੂ ਰੀਚ ਇਨ ਟਾਈਮ ਐਟ ਹੋਮ। on the way suddenly he had cramps in his legs. these occurred due to ਇੱਕ ਆਦਮੀ ਨੂੰ ਸਵੇਰ ਦੀ ਸੈਰ ਤੋਂ ਬਾਅਦ ਘਰ ਪਹੁੰਚਣ ਵਿੱਚ ਦੇਰ ਹੋ ਗਈ, ਇਸ ਲਈ ਉਹ ਘਰ ਸਮੇਂ ਸਿਰ ਪਹੁੰਚਣ ਲਈ ਬਹੁਤ ਤੇਜ਼ੀ ਨਾਲ ਭੱਜਿਆ। ਰਸਤੇ ਵਿੱਚ ਅਚਾਨਕ ਉਸ ਨੂੰ ਲੱਤਾਂ ਵਿੱਚ ਤੇਜ਼ ਦਰਦ ਮਹਿਸੂਸ ਹੋਇਆ। ਇਹ ਦਰਦ ਸਰੀਰ ਵਿੱਚ ਡੈਸ਼ ਬਣਨ ਕਾਰਨ ਹੋਇਆ। ਬੇਟਾ ਜੀ ਤੁਹਾਨੂੰ ਵੀ ਪਤਾ ਹੈ ਕਿ whenever there is a pain ਔਰ ਜ਼ਿਆਦਾ ਐਕਸਰਸਾਈਜ਼ ਕਰਕੇ ਤੁਹਾਡੀ ਜਿਹੜੀ ਕਿਹਦੀ ਡਿਪੋਜੀਸ਼ਨ ਹੋ ਜਾਂਦੀ ਹੈ, there is a deposition of lactic acid in the muscles, ਠੀਕ ਹੈ ਜੀ। ਇਹਦਾ ਮਤਲਬ ਐਸਟਿਕ ਐਸਿਡ ਇਨ ਮਸਲ ਨਹੀਂ ਆਏਗਾ, both 1 and 2 ਨਹੀਂ ਆਏਗਾ, none of above ਨਹੀਂ ਆਏਗਾ। ਬੇਸਿਕਲੀ there is a deposition of lactic acid in muscles, ਜਿਹਦੇ ਕਰਕੇ ਜਿਹੜਾ ਹੈ ਤੁਹਾਡੀ ਮਤਲਬ all that ਕਿ ਤੁਸੀਂ he had cramps in his leg, that this is just occurred due to the formation of lactic acid. ਅੱਛਾ ਜੀ ਆਹ ਕੁਐਸਚਨ ਬੜਾ ਇੰਟਰਸਟਿੰਗ ਹੈ, ਪਹਿਲੇ ਚੈਪਟਰ ਦਾ ਹੈ। ਚਾਈਲਡ purchased a packet of chips. It seemed full of chips, but when he opened she found very little amount of chips. She asked her father about it. Then she came to know by her father that such packets are flushed by which gas? With the gas. ਇੱਕ ਬੱਚੇ ਨੇ ਚਿਪਸ ਦਾ ਪੈਕਟ ਖਰੀਦਿਆ, ਇਹ ਪੈਕਟ ਚਿਪਸ ਨਾਲ ਭਰਿਆ ਹੋਇਆ ਦਿਖਾਈ ਦਿੱਤਾ, ਪਰ ਜਦੋਂ ਉਸਨੇ ਉਸਨੂੰ ਖੋਲ੍ਹਿਆ ਉਸਨੂੰ ਚਿਪਸ ਦੀ ਬਹੁਤ ਘੱਟ ਮਾਤਰਾ ਮਿਲੀ। ਉਸਨੇ ਆਪਣੇ ਪਿਤਾ ਨੂੰ ਇਸ ਬਾਰੇ ਪੁੱਛਿਆ, ਤਦ ਉਸਦੇ ਪਿਤਾ ਦੁਆਰਾ ਪਤਾ ਲੱਗਿਆ ਕਿ ਅਜਿਹਾ ਇਸ ਲਈ ਹੈ ਕਿਉਂਕਿ ਇਸ ਵਿੱਚ ਡੈਸ਼ ਗੈਸ ਭਰੀ ਹੈ। ਬੇਟਾ ਤੁਹਾਨੂੰ ਪਤਾ ਹੈ ਚਿਪਸ ਦੇ ਪੈਕਟ 'ਚ ਕਿਹੜੀ ਗੈਸ ਭਰੀ ਜਾਂਦੀ ਹੈ ਜੀ? ਨਾਈਟ੍ਰੋਜਨ ਗੈਸ। ਕਿਉਂ ਭਰੀ ਜਾਂਦੀ ਹੈ ਬੇਟਾ ਜੀ? ਕਿਉਂਕਿ ਜਿਹੜੇ ਚਿਪਸ ਹੁੰਦੇ ਆ ਨਾ ਇਹ ਫੈਟ ਵਾਲੇ ਪ੍ਰੋਡਕਟਸ ਹੁੰਦੇ ਆ। ਫੈਟ ਵਾਲੇ ਪ੍ਰੋਡਕਟਸ ਜੇ ਆਕਸੀਜਨ ਨਾਲ ਕਿਰਿਆ ਕਰਨਗੇ ਤਾਂ ਬਦਬੂ ਆਉਣ ਲੱਪੇਗੀ, ਪ੍ਰੋਸੀਜਰ ਐਂਸੀਡਿਟੀ ਹੋ ਜਾਏਗਾ, ਜਿਹਦੇ ਕਰਕੇ ਜਿਹੜੀ ਸਮੈਲ ਹੈ ਉਹ ਬਹੁਤ ਬੁਰੀ ਆਏਗੀ। ਉਹਦੇ ਕਰਕੇ ਫਿਰ ਆਪਾਂ ਉਹਨੂੰ ਕੀ ਕਰਦੇ ਹਾਂ, ਆਪਾਂ ਨਾਈਟ੍ਰੋਜਨ ਗੈਸ ਨਾਲ ਫਿਲ ਕਰ ਦਿੰਦੇ ਹਾਂ, ਨਾਈਟ੍ਰੋਜਨ ਗੈਸ ਨਾਲ ਫਿਲ ਕਰ ਦਿੰਦੇ ਆ, ਜਿਹਦੇ ਕਰਕੇ ਜਿਹੜੀ ਹੈ ਉਹ ਉਹਦੇ ਵਿੱਚ ਰਿਐਕਸ਼ਨ ਨਹੀਂ ਹੁੰਦਾ ਤੇ ਸਾਡੇ ਚਿਪਸ ਜਿਹੜੇ ਹਮੇਸ਼ਾ ਫਰੈਸ਼ ਰਹਿੰਦੇ ਨੇ। 8th ਕੁਐਸਚਨ ਦੀ ਗੱਲ ਕਰ ਰਹੇ ਹਾਂ। ਜਤਿਨ ਪੁੱਟ ਅ ਪੈਨਸਲ ਇਨ ਗਲਾਸ ਆਫ ਵਾਟਰ, ਹੀ ਇਜ਼ ਸਰਪ੍ਰਾਈਜ਼ਡ ਟੂ ਸੀ ਬੈਂਡ ਇਨ ਦ ਪੈਨਸਲ, ਹੀ ਡਿਸਕਸਡ ਇਨ ਦ ਕਲਾਸ ਐਂਡ ਹੀ ਕੇਮ ਟੂ ਦ ਨੋ ਅਬਾਊਟ ਦ ਯੂਨੀਕ ਪ੍ਰੋਪਰਟੀ ਆਫ ਲਾਈਟ। ਜਤਿਨ ਨੇ ਜਦੋਂ ਪਾਣੀ ਦੇ ਗਲਾਸ ਵਿੱਚ ਪਾਏ ਤਾਂ ਉਹ ਮੁੜੀ ਹੋਈ ਪੈਨਸਿਲ ਦੇਖ ਕੇ ਹੈਰਾਨ ਹੋ ਗਿਆ। ਇਸ ਦਾ ਕਾਰਨ ਜਾਣਨ ਲਈ ਉਸਦੀ ਜਮਾਤ ਵਿੱਚ ਚਰਚਾ ਕੀਤੀ ਕਿ ਪ੍ਰਕਾਸ਼ ਇੱਕ ਖਾਸ ਵਰਤਾਰੇ ਬਾਰੇ ਜਾਣਿਆ। ਬੇਟਾ ਜੀ ਤੁਹਾਨੂੰ ਵੀ ਪਤਾ ਹੈ ਕਿ ਜਦੋਂ ਆਪਾਂ ਪੈਨਸਿਲ ਦੀ ਗੱਲ ਕੀਤੀ ਹੈ ਤਾਂ ਆਪਾਂ ਮੀਡੀਅਮ ਨੂੰ ਚੇਂਜ ਕੀਤਾ ਤੇ ਪੈਨਸਿਲ ਬੈਂਡ ਹੋ ਗਈ ਹੈ ਨਾ। ਮੀਡੀਅਮ ਨੂੰ ਚੇਂਜ ਕਰੀਏ ਤੇ ਆਪਾਂ ਪੈਨਸਿਲ ਜਾਂ ਰੇਅਰਰ ਟੂ ਡੈਂਸਰ ਜਾਈਏ ਜਾਂ ਡੈਂਸਰ ਟੂ ਜਾਈਏ ਤਾਂ ਦੇਰ ਇਜ਼ ਅ ਬੈਂਡ ਹੈ ਨਾ ਇਨ ਦ ਲਾਈਟ। which phenomena is this? This is not reflection of light, this is not dispersion of light, this is refraction of light, ਠੀਕ ਹੈ ਜੀ। ਯਾਨੀ ਕਿ ਪ੍ਰਕਾਸ਼ ਦਾ ਅਪਵਰਤਨ ਹੈ ਜਿਹੜਾ ਤੁਹਾਡਾ 10th ਚੈਪਟਰ ਹੈ, ਜਿਸ ਦੋਨੋਂ ਤਿੰਨੋਂ ਫਿਨੋਮੇਨਾ ਬੜੇ ਅੱਛੀ ਤਰ੍ਹਾਂ ਐਕਸਪਲੇਨ ਹੈ, ਰਿਫਲੈਕਸ਼ਨ ਆਫ ਲਾਈਟ ਐਂਡ ਰਿਫਲੈਕਸ਼ਨ ਆਫ ਲਾਈਟ। ਅੱਗੇ ਗੱਲ ਕਰਾਂਗੇ 9th ਕੁਐਸਚਨ ਦੀ। ਰਮੇਸ਼ took her grandfather to doctor for eyes checkup. Doctor told that their eyelids has turned milky.
ਡਿਊ ਟੂ ਐਨ ਆਈ ਡਿਫੈਕਟ ਰਮੇਸ਼ ਆਪਣੇ ਦਾਦਾ ਜੀ ਨੂੰ ਡਾਕਟਰ ਕੋਲ ਅੱਖਾਂ ਚੈੱਕ ਕਰਵਾਉਣ ਲਈ ਲੈ ਕੇ ਗਿਆ। ਅੱਖਾਂ ਚੈੱਕ ਕਰਵਾਉਣ ਉਪਰੰਤ ਡਾਕਟਰ ਨੇ ਦੱਸਿਆ ਕਿ ਉਹਨਾਂ ਦੀਆਂ ਅੱਖਾਂ 'ਤੇ ਇੱਕ ਨੁਕਸ ਕਾਰਨ ਲੈਂਸ ਦੁਧੀਆ ਹੋ ਗਿਆ ਹੈ। ਬੇਟਾ ਤੁਸੀਂ ਵੀ ਦੇਖਿਆ ਹੋਏਗਾ ਕਿ ਕਈ ਵਾਰੀ ਤੁਹਾਡੇ ਮਦਰ ਤੁਹਾਡੇ ਜਿਹੜੇ ਪੇਰੈਂਟਸ ਆ ਜਾਂ ਗ੍ਰੈਂਡ ਪੇਰੈਂਟਸ ਆ ਉਹਨਾਂ ਨੂੰ ਪ੍ਰੋਬਲਮ ਆ ਜਾਂਦੀ ਹੈ ਤਾਂ ਬੇਟਾ ਜੀ ਉਹ ਮਾਇਓਪੀਆ ਨਹੀਂ ਹੁੰਦਾ, ਨਿਕਟ ਦ੍ਰਿਸ਼ਟੀ ਦੋਸ਼ ਨਹੀਂ ਹੁੰਦਾ, ਕਿਉਂਕਿ ਐਨਕ ਨਾਲ ਠੀਕ ਹੋ ਜਾਂਦਾ, ਹਾਈਪਰਪਟਰੋਪੀਆ ਵੀ ਨਹੀਂ ਹੁੰਦਾ, ਜ਼ਰਾ ਦ੍ਰਿਸ਼ਟੀ ਦੋਸ਼ ਵੀ ਨਹੀਂ ਹੁੰਦਾ। ਵਾਟ ਇਜ਼ ਦੈਟ ਇਜ਼ ਮੋਤੀਆ। ਆਪਾਂ ਕਹਿੰਦੇ ਚਿੱਟਾ ਮੋਤੀਆ ਹੋ ਗਿਆ। ਦੈਟ ਇਜ਼ ਜਸਟ ਕਿ ਤੁਹਾਡੀ ਜਿਹੜੀ ਅੱਖਾਂ ਦਾ ਲੈਂਸ ਹੈ ਦੈਟ ਇਜ਼ ਟਰਨਡ ਮਿਲਕੀ, ਉਹ ਦੁਧੀਆ ਹੋ ਗਿਆ, ਜਿਹਦੇ ਕਰਕੇ ਤੁਹਾਡੇ ਜਿਹੜਾ ਮੋਤੀਏ ਦਾ ਆਪਰੇਸ਼ਨ ਹੁੰਦਾ ਔਰ ਫਿਰ ਉਸ ਤੋਂ ਬਾਅਦ ਦੇਅਰ ਇਜ਼ ਅ ਮਤਲਬ ਬਿਲਕੁਲ ਠੀਕ ਜਿਹੜੀ ਚੀਜ਼ ਹੁੰਦੀ ਹੈ। ਚਲੋ ਜੀ ਅੱਗੇ ਗੱਲ ਕਰਦੇ ਹਾਂ 10th ਦੀ। ਇਨ ਏਸ਼ੀਅਨ ਟਾਈਮਸ ਵੁੱਡ ਐਂਡ ਐਨੀਮਲ ਡੰਗ ਕੇਕਸ ਵਰ ਟੇਕਨ ਇਨ ਯੂਜ਼ ਆਫ ਫਿਊਲ, ਹੈ ਨਾ ਜੀ। ਆਪਾਂ ਪੁਰਾਣੇ ਜ਼ਮਾਨੇ 'ਚ ਕਿਹਨੂੰ ਯੂਜ਼ ਕਰਦੇ ਸੀ? ਵੁੱਡ ਨੂੰ, ਠੀਕ ਹੈ। ਉਹ ਡੇਜ਼ LPG ਹੈਜ਼ ਟੇਕਨ ਇਨ ਦ ਪਲੇਸ ਇਨ ਆਵਰ ਕਿਚਨ ਬੀਇੰਗ ਅ ਗੁੱਡ ਸੋਰਸ ਆਫ ਐਨਰਜੀ। Students are asked to compare both fuel and analyze the qualities of good fuel from the following। ਪੁਰਾਣੇ ਸਮਿਆਂ ਵਿੱਚ ਲੱਕੜ ਅਤੇ ਗੋਬਰ ਦੀਆਂ ਪਾਥੀਆਂ ਨੂੰ ਬਾਲਣ ਲਈ ਵਰਤਿਆ ਜਾਂਦਾ ਸੀ। ਹੁਣ ਇਸ ਦੀ ਜਗ੍ਹਾ ਇੱਕ ਵਧੀਆ ਬਾਲਣ LPG, ਜਿਹਨੂੰ ਆਪਾਂ ਕੀ ਕਹਿੰਦੇ ਹਾਂ ਲਿਕੁਇਫਾਈਡ ਪੈਟਰੋਲੀਅਮ ਗੈਸ ਲੈ ਲਈ ਵਿਦਿਆਰਥੀਆਂ ਨੂੰ ਦੋਵਾਂ ਦੀ ਤੁਲਨਾ ਕਰਕੇ ਹੇਠ ਲਿਖਿਆਂ ਵਿੱਚੋਂ ਵਧੀਆ ਬਾਲਣ ਦੇ ਗੁਣ ਜਾਂਚਣ ਲਈ ਕਿਹਾ ਗਿਆ। ਮਤਲਬ ਬੇਟਾ ਦੇਖੋ ਤੁਸੀਂ ਹੁਣ ਵਧੀਆ ਬਾਲਣ ਕਿਹਨੂੰ ਕਹਿ ਸਕਦੇ ਹੋ? ਇਫ ਯੂ ਰੀਡ the here easy to transport and store, should be cheaper, pollution free, all of above। ਬੇਟਾ ਜੀ ਸਾਰਾ ਕੁਝ ਤੁਹਾਡਾ ਜਿਹੜਾ ਹੈ ਉਹ ਆਂਦਾ ਇੱਕ ਵਧੀਆ ਬੈਲੈਂਸ 'ਚ। ਈਜ਼ੀ ਟੂ ਟਰਾਂਸਪੋਰਟ ਹੋਣਾ ਚਾਹੀਦਾ, ਚੀਪਰ ਹੋਣਾ ਚਾਹੀਦਾ, ਪੋਲਿਊਸ਼ਨ ਫ੍ਰੀ ਹੋਣਾ ਚਾਹੀਦਾ, ਯਾਨੀ ਕਿ all of the above। ਬੇਟਾ ਜੀ 10th ਤੁਹਾਡਾ ਪੇਪਰ ਕੋਈ ਇੰਨਾ ਟਫ ਨਹੀਂ ਆਇਆ। ਪਾਸ ਦੇ ਜਿਹੜੇ ਕੁਐਸਚਨ ਰਿਲੇਟਡ ਆ ਬੇਟਾ ਜੀ ਉਹ ਬੇਸਿਕਲੀ ਜਿਹੜੀ ਕ੍ਰਿਟੀਕਲ ਥਿੰਕਿੰਗ ਨਾਲ ਲਿੰਕਡ ਹੈ, ਔਰ ਜੇ ਤੁਸੀਂ ਉਹਦੇ ਨਾਲ ਥੋਰੋ ਸਟੱਡੀ ਲੈਸਨ ਦੀ ਕਰੋਗੇ ਫਿਰ ਹੀ ਤੁਸੀਂ ਜਾਣ ਪਾਓਗੇ। ਅਦਰਵਾਈਜ਼ ਇਟ ਇਜ਼ ਵੈਰੀ ਟਫ ਟੂ ਯੂ ਟੂ ਅਪੀਅਰ ਇਨ ਨੈਕਸਟ ਪਾਸ। ਮਿਲਦੇ ਹਾਂ ਤੁਹਾਨੂੰ ਅਗਲੇ ਪਾਸ ਸੋਲਿਊਸ਼ਨ ਨਾਲ। ਟਿਲ ਦੈਨ ਗੁੱਡ ਬਾਏ, ਟੇਕ ਕੇਅਰ।